ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਸ਼ੇਰੇ ਪੰਜਾਬ ਵਿਕਾਸ ਪਾਰਟੀ ਦੇ ਪ੍ਰਧਾਨ ਕੈਪਟਨ ਚੰਨਨ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਇਸ ਵੇਲੇ ਕਿਸਾਨੀ ਅੰਦੋਲਨ ਦੇ ਵਿਚਾਲੇ ਹਿੰਦੂਆਂ ਨੂੰ ਡਰ ਹੋਣ ਦਾ ਖਤਰਾ ਜਿਹੜਾ ਉਹ ਲਗਾਤਾਰ ਪ੍ਰਚਾਰਿਆ ਜਾ ਰਿਹਾ। ਆਖਿਰਕਾਰ ਭਾਰਤ ਦੇ ਵਿੱਚ ਜਿਹਨੂੰ ਇੱਕ ਪਾਸੇ ਕਹਿ ਦਿੰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਜਦੋਂ ਸਰਕਾਰ ਹਿੰਦੂਆਂ ਦੀ ਹੋਵੇ, ਮੈਜੋਰਟੀ ਵਿੱਚ ਹੋਵੇ, ਭਗਵਾਂ ਕਰਨ ਦਾ ਝੰਡਾ ਜਿਹੜਾ ਉਹ ਬੁਲੰਦ ਕੀਤਾ ਜਾਵੇ, ਭਗਵਾਂ ਕਰਨ ਦੀਆਂ ਗੱਲਾਂ ਕਰਨ, ਨਾਮ ਚੇਂਜ ਕਰ ਦਿੱਤੇ ਜਾਂਦੇ ਨੇ ਸੰਸਥਾਵਾਂ ਦੇ ਕਿ ਸ਼ਾਇਦ ਇਸ ਦੇ ਨਾਲ ਜਿਹੜਾ ਅਸੀਂ ਆਪਣਾ ਹਿੰਦੂਤਵੀ ਚਿਹਰਾ ਜਿਹੜਾ ਪਰਪੱਕ ਕਰ ਸਕੀਏ ਕਿ ਅਸੀਂ ਭਾਰਤ ਦੇ ਵਿੱਚ ਇੱਕੋ ਰਾਜ ਦੇ ਰਹੇ ਹਾਂ ਜਿਹੜੇ ਹਿੰਦੂ ਚਾਹੁੰਦੇ ਨੇ। ਪਰ ਇਸ ਸਭ ਦੇ ਵਿਚਾਲੇ ਇੱਕ ਸੁਰੱਖਿਆ ਜਿਹੜੀ ਅਸੁਰੱਖਿਅਤ ਮਹਿਸੂਸ ਕਰਨਾ ਉਹ ਵੀ ਕਿਤੇ ਨਾ ਕਿਤੇ ਸਾਹਮਣੇ ਆ ਰਿਹਾ ਕਿ ਜੇ ਅਸੀਂ ਆਮ ਲੋਕਾਂ ਵਿੱਚ ਜਾਂਦੇ ਹਾਂ ਤਾਂ ਉਹ ਇਹ ਗੱਲ ਕਹਿ ਦਿੰਦੇ ਨੇ ਕਿ ਮੋਦੀ ਸਰਕਾਰ ਆਉਣ ਦੇ ਨਾਲ ਕਿਤੇ ਨਾ ਕਿਤੇ ਸਾਨੂੰ ਜਿਹੜਾ ਉਹ ਅਸੁਰੱਖਿਅਤ ਜਿਹੜੀ ਭਾਵਨਾ ਸਾਡੇ ਅੰਦਰ ਪ੍ਰਗਟ ਹੁੰਦੀ ਹੈ। ਹਿੰਦੂਆਂ ਦੇ ਵਿੱਚ ਹਿੰਦੂਆਂ ਦੇ ਵਿੱਚ ਇਸ ਗੱਲ ਦਾ ਡਰ ਹੈ ਕਿ ਜੇ ਸਿੱਖ ਰਾਜ ਆਉਂਦਾ ਹੈ ਜਾਂ ਸਿੱਖਾਂ ਦੀ ਸਰਕਾਰ ਆਉਂਦੀ ਹੈ, ਸਰਦਾਰਾਂ ਦੀ ਸਰਕਾਰ ਆਉਂਦੀ ਹੈ ਤਾਂ ਉਹਦੇ ਨਾਲ ਕਿਸ ਤਰ੍ਹਾਂ ਦਾ ਪ੍ਰਭਾਵ ਪੈਣਾ, ਉਹ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਿਆਸਤ ਨਾਲੋਂ ਨਾਲ ਚੱਲ ਰਹੀ ਹੈ। ਸੋ ਕੈਪਟਨ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਣ ਚੈਨਲ ਪੰਜਾਬੀ 'ਚ। ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੈਪਟਨ ਸਾਹਿਬ, ਜਿਵੇਂ ਕਿ ਮੈਂ ਸਵਾਲ ਕੀਤਾ ਕਿ ਹਿੰਦੂ ਰਾਸ਼ਟਰ ਬਣਾਉਣ ਦੀ ਪੂਰੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ, ਉਸ ਵੱਲ ਨੂੰ ਵਧਿਆ ਜਾ ਰਿਹਾ। ਰਾਮ ਮੰਦਰ ਨੂੰ ਲੈ ਕੇ ਕਾਫੀ ਵਿਵਾਦ ਹੋਇਆ, ਉਹ ਵੀ ਜਿਹੜਾ ਇੱਕ ਪੱਖ ਦੇ ਵਿੱਚ ਚਲਾ ਗਿਆ ਤਾਂ ਦੂਜੇ ਪਾਸੇ ਮੁਸਲਿਮ ਧਿਰਾਂ ਨੂੰ ਵੱਖਰਾ ਸਥਾਨ ਦੇ ਦਿੱਤਾ ਗਿਆ। ਹੁਣ ਜਦੋਂ ਕਿਸਾਨ ਅੰਦੋਲਨ ਉੱਭਰ ਕੇ ਸਾਹਮਣੇ ਆਇਆ ਜਿਹਦੇ ਨਾਲ ਸਰਕਾਰ ਦੀਆਂ ਚੂੜਾਂ ਹਿੱਲੀਆਂ ਨੇ, ਤਾਂ ਇਹਦੇ ਵਿੱਚ ਇੱਕੋ ਗੱਲ ਉਹੀ ਫੇਰ ਵਾਰ-ਵਾਰ ਜਿਹੜੀ ਜਦੋਂ ਤੋਂ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਇੱਕੋ ਗੱਲ ਕਿ ਹਿੰਦੂ ਖਤਰੇ ਵਿੱਚ ਨੇ। ਹਿੰਦੂਆਂ ਜੇ ਤਿਰੰਗੇ ਨੂੰ ਲੈ ਕੇ ਕੁਝ ਹੁੰਦਾ ਹੈ ਤਾਂ ਕਹਿੰਦੇ ਨੇ ਹਿੰਦੁਸਤਾਨ ਨੂੰ ਖਤਰਾ ਹੋ ਗਿਆ, ਹਿੰਦੂਆਂ ਨੂੰ ਖਤਰਾ ਹੋ ਗਿਆ, ਇਹਨਾਂ ਤੋਂ ਖਤਰਾ। ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ, ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ। ਇਹ ਜਿੰਨੇ ਵੀ ਸਰਕਾਰਾਂ ਆਈਆਂ ਨੇ ਇਹਨਾਂ ਦਾ ਵੋਟ ਬੈਂਕ ਦੀ ਨੀਤੀ ਹੈ ਫਾੜੋ ਤੇ ਰਾਜ ਕਰੋ। ਔਰ ਕਿਉਂਕਿ ਮੈਜੋਰਟੀ 'ਚ ਹਿੰਦੂ ਹੈ, ਮੈਜੋਰਟੀ 'ਚ ਹਿੰਦੂ ਹੈ ਤੇ ਰਾਜ ਵੀ ਹਿੰਦੂਆਂ ਦਾ, ਤਾਂ ਉਹ ਚਾਹੁੰਦੇ ਨੇ ਵੀ ਇਹਨਾਂ ਨੂੰ ਇੰਨਾ ਕੁ ਡਰਾ ਕੇ ਰੱਖੋ, ਹਿੰਦੂਆਂ ਨੂੰ ਇੰਨਾ ਕੁ ਡਰਾ ਕੇ ਰੱਖੋ ਤਾਂ ਕਿ ਇਹ ਕਦੀ ਵੀ ਜਿਹੜਾ ਉਹ ਦੂਜੇ ਪਾਸੇ ਨਾ ਜਾ ਸਕਣ। ਇਹ ਮਤਲਬ ਇੱਕ ਵੋਟ ਬੈਂਕ ਸਾਡਾ ਜਿਹੜਾ ਉਹ ਬਣਿਆ ਰਵੇ। ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਰਾਜ ਹਿੰਦੂਆਂ ਦਾ, ਮੈਜੋਰਟੀ ਤੁਹਾਡੀ, ਤੇ ਖਤਰਾ ਵੀ ਸਭ ਤੋਂ ਜ਼ਿਆਦਾ ਤੁਹਾਨੂੰ। ਖਤਰਾ ਕਿਸ ਤੋਂ, ਡਰ ਕਿਸ ਗੱਲ ਦਾ ਆ? ਹਰ ਵਾਰੀ ਇਹ ਗੱਲ ਕਿਉਂ? ਮੈਂ ਉਹੀ ਤਾਂ ਕਹਿ ਰਿਹਾ, ਇੱਕ ਨਿਸ਼ਾਨ ਸਾਹਿਬ ਤੋਂ ਸਾਰਾ ਹਿੰਦੁਸਤਾਨ ਡਰ ਗਿਆ। ਇੱਕ ਪਾਸੇ ਤੁਸੀਂ ਬੱਬਰ ਸ਼ੇਰ ਬਣਦੇ ਜੇ, ਚਾਈਨਾ ਨੂੰ ਭਵਕਿਆਂ ਦੇ 56 ਇੰਚ ਸੀਨਾ ਦੱਸਦੇ ਜੇ, ਇੱਕ ਪਾਸੇ ਤੁਸੀਂ ਨਿਸ਼ਾਨ ਸਾਹਿਬ ਤੋਂ ਡਰ ਜਾਂਦੇ ਜੇ। ਦੇਖੋ ਤੁਸੀਂ ਸ਼ਾਇਦ ਹਿੰਦੂ ਸਮਾਜ ਜਿਹੜਾ ਹੈ ਇਹ ਅੱਜ ਦਾ ਥੋੜ੍ਹੀ ਹੈ, ਇਹ ਸਭ ਤੋਂ ਪੁਰਾਣੀ ਸਭਿਅਤਾ ਹੈ। ਤੁਸੀਂ ਬਾਬਰ ਥੱਲੇ ਵੀ ਰਹੇ, ਤੁਹਾਨੂੰ ਕੋਈ ਖਤਰਾ ਨਹੀਂ ਹੋਇਆ। ਤੁਸੀਂ ਅਕਬਰ ਥੱਲੇ ਵੀ ਰਹੇ, ਤੁਸੀਂ ਉਹਨਾਂ ਦੇ ਮੰਤਰੀ ਸੀਗੇ, ਤੁਹਾਨੂੰ ਕੋਈ ਖਤਰਾ ਨਹੀਂ ਹੋਇਆ। ਬਿਲਕੁਲ। ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਰਹੇ, ਮੰਤਰੀ ਸੰਤਰੀ ਰਹੇ ਉਹਨਾਂ ਦੇ, ਤੁਹਾਨੂੰ ਕੋਈ ਖਤਰਾ ਨਹੀਂ ਹੋਇਆ। ਹੁਣ ਤੁਹਾਨੂੰ ਆਪਣੇ ਰਾਜ ਦੇ ਵਿੱਚ, ਆਪਣੀ ਮੈਜੋਰਟੀ ਸਟੇਟ ਦੇ ਵਿੱਚ ਅੱਜ ਦੀ ਡੇਟ 'ਚ ਹਿੰਦੂ ਸਭ ਤੋਂ ਜ਼ਿਆਦਾ ਖਤਰੇ 'ਚ ਹੈ, ਅਨਸੁਰੱਖਿਅਤ ਹੈ। ਇਹ ਕਿਹਨੇ ਕੀਤਾ? ਇਹ ਇਹਨਾਂ ਲੀਡਰਾਂ ਨੇ ਕੀਤਾ। ਪੰਜਾਬ ਦੇ ਵਿੱਚ ਹਿੰਦੂ ਜੇ ਬੜਾ ਅਨਸੁਰੱਖਿਅਤ ਹੋ ਜਾਏਗਾ, ਜੇ ਰਾਜ ਆ ਜਾਂਦਾ, ਅਕਾਲੀਆਂ ਦਾ ਰਾਜ ਆਉਂਦਾ, ਸਿੱਖਾਂ ਦਾ ਰਾਜ ਆ ਜਾਂਦਾ ਜਾਂ ਕਿਸੇ ਹੋਰ ਦਾ ਰਾਜ ਆਉਂਦਾ, ਤੇ ਅਨਸੁਰੱਖਿਅਤ ਹੋ ਗਿਆ ਜੀ ਹਿੰਦੂ। ਕਿਉਂ ਬਈ? ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਤਾਂ ਸਾਡੇ ਸਾਰੇ ਮੰਤਰੀ ਸੰਤਰੀ ਇਹ ਪਾਵਰ ਹੀ ਇਹਨਾਂ ਦੇ ਹੱਥ 'ਚ ਸੀ। ਗੱਲ ਤਾਂ ਉਹੀ ਹੈ ਨਾ ਕਿ ਜੇ ਇਹਨਾਂ ਦੇ ਹੱਥਾਂ ਵਿੱਚ ਪਾਵਰ ਹੈ ਤਾਂ ਹਿੰਦੂ ਸੁਰੱਖਿਅਤ ਨੇ, ਜੇ ਇਹਨਾਂ ਦੇ ਹੱਥਾਂ 'ਚ ਪਾਵਰ ਨਹੀਂ ਜਾਂ ਪਾਵਰ ਤੋਂ ਬਾਹਰ ਨੇ ਤਾਂ ਅਸੁਰੱਖਿਅਤ ਨੇ। ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਕਿ ਹਿੰਦੂ ਕਿਉਂ ਇੰਨਾ ਬੇਵਕੂਫ ਬਣ ਰਿਹਾ। ਬਿਲਕੁਲ ਇਹੀ ਗੱਲ। ਹਿੰਦੂ ਨੂੰ ਖੁਦ ਕਿਉਂ ਨਹੀਂ ਸਮਝ ਆ ਰਹੀ ਕਿ ਮੈਨੂੰ ਮੇਰਾ ਬੇਵਕੂਫ ਕਿਵੇਂ ਬਣਾਇਆ ਜਾ ਰਿਹਾ। ਤੁਸੀਂ ਕੀ ਮੰਨਦੇ ਹੋ, ਕਿਉਂ ਨਹੀਂ ਸਮਝ ਆ ਰਹੀ ਇਹ ਚੀਜ਼? ਸਾਰਾ ਕੁਝ ਤਾਂ ਸਾਹਮਣੇ, ਨੈਸ਼ਨਲ ਮੀਡੀਆ ਸਾਫ਼ ਤੌਰ 'ਤੇ ਜਦੋਂ ਪ੍ਰਚਾਰਦਾ ਹੈ, ਜਦੋਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਕੇਸਰੀ ਝੰਡਾ ਉੱਥੇ ਝੁਲਾ ਦਿੱਤਾ, ਤਿਰੰਗੇ ਦਾ ਅਪਮਾਨ ਕਰ ਦਿੱਤਾ, ਜਦ ਕਿ ਤਿਰੰਗਾ ਉੱਥੇ ਹੀ ਝੂਲ ਰਿਹਾ। ਫਿਰ ਡਰ ਹਿੰਦੂਆਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ? ਹਿੰਦੂ ਕੁਛ ਤਾਂ ਦੇਖੋ ਉਹਨਾਂ ਦਾ ਪ੍ਰੋਪੇਗੈਂਡਾ ਇੰਨਾ ਸਰਕਾਰਾਂ ਦਾ, ਜਿਹੜੇ ਹਿੰਦੂ ਸਰਕਾਰਾਂ ਨੇ ਜਿਹੜੇ ਹਿੰਦੂਆਂ ਨੂੰ ਆਪਦੇ ਵੱਸ 'ਚ ਰੱਖ ਕੇ ਮੈਜੋਰਟੀ ਦੀਆਂ ਜਿਹੜੀਆਂ ਪੋਲੀਟਿਕਸ ਖੇਡ ਰਹੀਆਂ ਨੇ, ਉਹਨਾਂ ਕੋਲ ਇੰਨਾ ਪ੍ਰਚਾਰ, ਇੰਨਾ ਮੀਡੀਆ ਹੈ ਕਿ ਦੇਖੋ ਇੱਕ ਨਿਸ਼ਾਨ ਸਾਹਿਬ ਦੇ ਚੜ੍ਹਿਆ ਉਹਨਾਂ ਨੇ ਕਿੱਡਾ ਹਿੰਦੁਸਤਾਨ ਨੂੰ ਖਤਰਾ ਪੈਦਾ ਕਰਤਾ। ਸਾਰਾ ਹਿੰਦੁਸਤਾਨ 'ਚ ਹੀ ਖਤਰੇ 'ਚ ਆ ਗਿਆ ਇੱਕ ਨਿਸ਼ਾਨ ਸਾਹਿਬ ਚੜ੍ਹਨ 'ਤੇ।
ਤੇ ਇਮੇਜਿਨ ਕਰ ਲਓ ਵੀ ਫਿਰ ਕੀ ਬਣੇਗਾ ਇਸ ਮੁਲਕ ਦਾ। ਵੀ ਨਾ ਇਹਨਾਂ ਨੂੰ ਚੀਨ ਤੋਂ ਖਤਰਾ ਹੈ, ਨਾ ਇਹਨਾਂ ਨੂੰ ਪਾਕਿਸਤਾਨ ਤੋਂ ਖਤਰਾ। ਕਹਿੰਦੇ ਹਮ ਇਹ ਕਰ ਦੇਂਗੇ ਉਹ ਕਰ ਦੇਂਗੇ। ਤੇ ਨਿਸ਼ਾਨ ਸਾਹਿਬ ਤੋਂ ਤੇ ਸਿੱਖਾਂ ਤੋਂ ਕੀ ਖਤਰਾ ਹੋ ਗਿਆ ਇਹਨਾਂ ਨੂੰ? ਐਡੀਆਂ ਵੱਡੇ ਵੱਡੇ ਤੁਸੀਂ ਮਾਰਦੇ ਜੇ ਕਿ ਚੀਨ ਕੋ ਹਮ ਇਹ ਕਰ ਦੇਂਗੇ, 10 ਲੱਖ ਬੰਦਾ ਅਸੀਂ 2 ਘੰਟਿਆਂ ਹੀ ਤਿਆਰ ਕਰਕੇ ਭੇਜ ਦਿਆਂਗੇ। ਉਹ 1.5% ਤੋਂ ਤੁਹਾਨੂੰ ਕੀ ਖਤਰਾ ਹੋ ਗਿਆ? ਨਿਸ਼ਾਨ ਸਾਹਿਬ ਅਗਰ ਲੱਗ ਵੀ, ਚਲੋ ਮੈਂ ਕਹਿੰਦਾ ਲੱਗ ਗਿਆ, ਚਲੋ ਲੱਗ ਗਿਆ ਲਾਲ ਕਿਲੇ, ਤੇ ਫਿਰ ਕੀ ਹੋ ਗਿਆ? ਖਾਲਿਸਤਾਨ ਬਣ ਗਿਆ। ਜੇ ਐਂ ਖਾਲਿਸਤਾਨ ਬਣਨਾ ਹੈ ਤੇ ਫਿਰ ਤਾਂ ਸਾਰੇ ਹਿੰਦੁਸਤਾਨ ਹੀ ਤਾਂ ਯੂਨਾਈਟਿਡ ਸਟੇਟਸ 'ਤੇ ਵੀ ਲਗਾ ਦਿਆਂਗੇ, ਉੱਥੇ UN 'ਤੇ ਵੀ ਲਾ ਦਿਆਂਗੇ, ਤੇ ਉਹ ਸਾਰਾ ਵਰਲਡ ਹੀ ਸਾਡਾ ਰਾਜ ਹੋ ਜਾਊਗਾ। ਤੇ ਜੇ ਹੋ ਵੀ ਜਾਏਗਾ ਤਾਂ ਤੁਹਾਨੂੰ ਖਤਰਾ ਕੀ ਹੈ ਭਾਈ? ਤੁਸੀਂ ਸਾਡੇ ਨਾਲ ਰਹਿੰਦੇ ਜੇ, ਸਾਡੇ ਭਰਾ ਜੇ। ਪਹਿਲਾਂ ਪੁਰਾਣੇ ਜ਼ਮਾਨੇ ਦੇਖੋ, ਇਹ ਜਦੋਂ ਤੁਹਾਡਾ ਵੱਡਾ ਮੁੰਡਾ ਪੈਦਾ ਹੁੰਦਾ ਸੀ ਤੇ ਤੁਸੀਂ ਉਹਨੂੰ ਸਿੱਖ ਸਜਾ ਕੇ ਤੇ ਸਿੱਖੀ 'ਚ ਪਾ ਕੇ ਆਉਂਦੇ ਸੀ, ਆਪ ਦੇ ਕੇ ਆਉਂਦੇ ਸੀ। ਇਹ ਅੱਜ ਤੋਂ 100 ਸਾਲ ਪਹਿਲਾਂ ਤੱਕ ਇਹ ਰੀਤ ਚੱਲੀ ਆ ਰਹੀ ਸੀ। ਤੇ ਤੁਸੀਂ ਸਾਡਾ ਹਿੱਸਾ ਸੀ, ਵੱਡਾ ਤੁਹਾਡਾ ਭਰਾ ਸਿੱਖ ਹੁੰਦਾ ਸੀ, ਬਾਕੀ ਤੁਸੀਂ ਸਾਰੇ ਦੂਜੇ ਹੁੰਦੇ ਸੀ। ਤੁਸੀਂ ਆਪ ਗੁਰੂਆਂ ਦੇ ਪ੍ਰਭਾਵਿਤ ਹੋ ਕੇ ਤੁਸੀਂ ਆਪਣੇ ਆਪ ਨੂੰ ਆਪ ਸਮਰਪਿਤ ਕੀਤਾ ਕਿ ਅਸੀਂ ਇਹਨਾਂ ਦੀ ਬਦੌਲਤ ਬਚ ਸਕਨੇ ਹਾਂ। ਜਿਨ੍ਹਾਂ ਨੇ ਤੁਹਾਨੂੰ ਬਚਾ ਕੇ ਲਿਆਂਦਾ, ਜਿਨ੍ਹਾਂ ਨੇ ਤੁਹਾਨੂੰ ਜਨੇਊ ਬਚਾਏ, ਜਿਨ੍ਹਾਂ ਦੀ ਬਦੌਲਤ ਤੁਸੀਂ ਜਿਉਂਦੇ ਜੇ, ਜਿਨ੍ਹਾਂ ਨੇ ਤੁਹਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ, ਉਹਨਾਂ ਤੋਂ ਤੁਹਾਨੂੰ ਖਤਰਾ ਨਜ਼ਰ ਆ ਰਿਹਾ। ਇਹ ਕੀ ਪੋਲਿਟਿਕਸ ਚੱਲ ਰਹੀ ਹੈ? ਬਿਲਕੁਲ, ਇਤਿਹਾਸ ਗਵਾਹ ਹੈ ਇਸ ਗੱਲ ਦਾ। ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਬਾਹਰ ਤੁਸੀਂ ਦੇਖਿਆ ਕਿ ਪਿਛਲੇ ਕਾਫੀ ਦਿਨਾਂ ਚਰਚਾ ਹੋ ਰਹੀ ਹੈ, ਸ਼ੀਸ਼ਗੰਜ ਸਾਹਿਬ ਦੇ ਬਾਹਰ ਜਿਹੜਾ ਪ੍ਰਦਰਸ਼ਨ ਕੀਤਾ ਗਿਆ, ਇਹਨਾਂ ਨੂੰ ਉਸ ਚੀਜ਼ ਦੀ ਮਹੱਤਤਾ ਨਹੀਂ ਪਤਾ, ਜਾਂ ਫਿਰ ਇਤਿਹਾਸ ਤੋਂ ਜਾਣਬੁੱਝ ਕੇ ਪਾਸੇ ਰੱਖਿਆ ਜਾ ਰਿਹਾ, ਜਾਂ ਫਿਰ ਕੁਝ ਹੁੱਲੜਬਾਜ਼ ਇਹੋ ਜਿਹੇ ਲਿਆਂਦੇ ਜਾ ਰਹੇ ਨੇ ਜਿਹੜੇ ਇਹ ਚੀਜ਼ ਪੈਦਾ ਕਰਨਗੇ ਹਿੰਦੂ ਤੇ ਸਿੱਖਾਂ ਦੇ ਵਿਚਾਲੇ ਦਾ ਇਹ ਟਕਰਾਅ ਹੈ। ਜਦ ਕਿ ਹਿੰਦੂਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਸ਼ੀਸ਼ਗੰਜ ਸਾਹਿਬ ਜੋ ਕੁਝ ਵਾਪਰਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸ ਤਰ੍ਹਾਂ ਸ਼ਹੀਦੀ ਦਿੱਤੀ, ਕਿਹਦੇ ਲਈ ਦਿੱਤੀ, ਕਲੀਅਰ ਹੈ। ਤਾਂ ਦੇਖੋ ਜੀ, ਅਨਫੋਰਚੂਨੇਟਲੀ ਇਹ ਸਾਡਾ ਜਿੰਨਾ ਕਸੂਰ ਹੈ ਨਾ, ਇਹ ਸਾਰਾ ਸਿੱਖਾਂ ਦਾ ਕਸੂਰ ਹੈ। ਅਸੀਂ ਅੱਜ ਤੱਕ ਆਪਣਾ ਇਤਿਹਾਸ ਹੀ ਨਹੀਂ ਦੱਸ ਸਕੇ ਕਿਸੇ ਨੂੰ। ਅਸੀਂ ਤਾਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦਾ ਮਹਿਨਾ ਨਹੀਂ ਦੱਸ ਸਕੇ। ਜੇ ਤੁਸੀਂ ਕਿਤੇ ਇਹ ਸਾਰੀਆਂ ਗੱਲਾਂ ਜਾਂ ਸਿੱਖ ਇਤਿਹਾਸ ਕਿਤੇ ਦੱਸਿਆ ਹੁੰਦਾ, ਕਿਤੇ ਇਹਨੂੰ ਪ੍ਰਚਲਿਤ ਕੀਤਾ ਹੁੰਦਾ, ਤੇ ਹਿੰਦੂਆਂ ਵਾਸਤੇ ਤਾਂ ਤੁਸੀਂ ਜੀਏ ਜੇ, ਤੇ ਹਿੰਦੂਆਂ ਵਾਸਤੇ ਤੁਸੀਂ ਮਰੇ ਜੇ, ਤੇ ਹਿੰਦੂ ਤੁਹਾਡੇ ਕਰਕੇ ਤਾਂ ਹਿੰਦੂ ਬਚੇ ਹੋਏ ਨੇ। ਤੇ ਹਿੰਦੂ ਹੀ ਤੁਹਾਡੇ ਦੁਸ਼ਮਣ ਬਣੇ ਜਾਂਦੇ ਨੇ। ਨਿਸ਼ਾਨ ਸਾਹਿਬ ਤੋਂ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਰਾਤ ਨੂੰ ਨੀਂਦਾਂ ਨਹੀਂ ਆਉਂਦੀਆਂ। ਅਸੀਂ ਨਹੀਂ ਦੱਸ ਸਕੇ ਉਹਨਾਂ ਨੂੰ ਕਿ ਗੁਰੂ ਤੇਗ ਬਹਾਦਰ ਦੇ ਸਾਹਿਬ ਦੀ ਕੀ ਸ਼ਹੀਦੀ ਹੈ ਔਰ ਕਿਹਦੇ ਵਾਸਤੇ ਉਹਨਾਂ ਨੇ ਕੀਤੀ ਹੈ। ਅਸੀਂ ਨਹੀਂ ਦੱਸ ਸਕੇ ਉਹਨਾਂ ਨੂੰ ਕਿ ਸਾਡੇ ਗੁਰੂਆਂ ਦੇ 4 ਬੇਟੇ ਉਹਨਾਂ ਨੇ ਕਾਹਦੇ ਵਾਸਤੇ ਸ਼ਹੀਦ ਕੀਤੇ, ਉਹਨਾਂ ਆਪਦਾ ਪਰਿਵਾਰ ਕਾਹਦੇ ਵਾਸਤੇ ਸ਼ਹੀਦ ਕੀਤਾ। ਅਸੀਂ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਤੋਂ ਇੰਨਾ ਡਰਦੇ ਨੇ ਹਿੰਦੂ, ਇੰਨਾ ਡਰਦੇ ਨੇ ਕਿ ਪਤਾ ਹੀ ਨਹੀਂ ਕੀ ਪਰਲੋ ਆ ਗਈ ਹੈ ਤੇ ਹੁਣ ਤਾਂ ਉਹਨਾਂ ਨੂੰ ਚੁੱਕ ਕੇ ਹੀ ਲੈ ਜਾਏਗਾ ਇਹ। ਉਹ ਜੋ ਬੋਲੇ ਸੋ ਨਿਹਾਲ, ਜੋ ਬੋਲੇਗਾ ਉਹ ਨਿਹਾਲ ਹੋ ਜਾਏਗਾ, ਧੰਨਿਆ ਹੋ ਜਾਏਗਾ। ਕੀ ਬੋਲੇਗਾ? ਸਤਿ ਸ਼੍ਰੀ ਅਕਾਲ, ਅਕਾਲ ਪੁਰਖ ਸੱਤਿਆ ਹੈ। ਬਿਲਕੁਲ, ਇਹਦੇ ਰੌਲਾ ਕੀ ਹੈ? ਕੌਣ ਕਹਿੰਦਾ ਅਕਾਲ ਪੁਰਖ ਸੱਤਿਆ ਨਹੀਂ ਹੈ? ਹਿੰਦੂ ਕਹਿੰਦਾ, ਮੁਸਲਮਾਨ ਕਹਿੰਦਾ, ਕੌਣ ਕਹਿੰਦਾ ਸੱਤਿਆ ਨਹੀਂ ਹੈ? ਇਹ ਤਾਂ ਜਿਹੜਾ ਸਾਡਾ ਖਾਲਸਾਈ ਜਿਹੜਾ ਇਹ ਹੈਗਾ ਸਾਡਾ ਬੋਲਾ ਕਿ ਆਪਣਾ ਕਹਿੰਦੇ ਆ ਜੈਕਾਰਾ ਹੈ, ਇਹ ਤਾਂ ਸਾਰੀ ਦੁਨੀਆ ਵਾਸਤੇ ਹੈ, ਸਾਰੀ ਮਾਨਵਤਾ ਵਾਸਤੇ। ਅਸੀਂ ਨਹੀਂ ਦੱਸ ਸਕੇ। ਅਸੀਂ ਤਾਂ ਗੋਲਡਨ ਟੈਂਪਲ 'ਚ ਇਹਨੂੰ ਜੈਕਾਰੇ ਨੂੰ ਮਾਰਨ ਵੀ ਨਹੀਂ ਦਿੰਦੇ, ਕਿਉਂਕਿ ਅੰਗਰੇਜ਼ਾਂ ਨੇ ਬੰਦ ਕੀਤਾ ਸੀ ਕਿ ਬਈ ਇਹ ਜੈਕਾਰਾ ਨਹੀਂ ਮਾਰਨਾ ਤੁਸੀਂ ਗੋਲਡਨ ਟੈਂਪਲ ਦੇ ਅੰਦਰ। ਬਾਹਰ ਅਕਾਲ ਤਖਤ 'ਤੇ ਮਾਰ ਲਓ ਤੁਸੀਂ। ਇੰਨਾ ਕਹਿੰਦਾ ਇੰਨਾ ਇਹਨਾਂ ਨੂੰ ਅਗਰ ਜੋਸ਼ ਪੈ ਜਾ ਜਾਂਦਾ ਤੇ ਕਿਰਪਾਨਾਂ ਫੜ ਕੇ ਤੁਰ ਪੈਂਦੇ ਨੇ, ਮੁੜ ਕੇ ਰੁਕਦੇ ਹੀ ਨਹੀਂ। ਵੀ ਉਹ ਜੈਕਾਰਾ ਅੱਜ ਤੱਕ ਵੀ ਦੇਖੋ ਅੰਗਰੇਜ਼ਾਂ ਨੇ ਰੋਕਿਆ, ਅੱਜ ਤੱਕ ਵੀ ਅਸੀਂ ਗੋਲਡਨ ਟੈਂਪਲ 'ਚ ਨਹੀਂ ਮਾਰਦੇ। ਹੋਰ ਇਹਨਾਂ ਨੇ ਸਿੱਖੀ ਬਾਰੇ ਕੀ ਦੱਸਣਾ ਲੋਕਾਂ ਨੂੰ? ਤੇ ਅਸਲ ਦੇ ਵਿੱਚ ਕੈਪਟਨ ਸਾਹਿਬ ਖਤਰਾ ਤਾਂ ਜਿਹੜਾ ਉਹ ਸਿਆਸਤ ਤੋਂ ਆਪਾਂ ਮੰਨ ਲਈ ਕਲੀਅਰ ਹੈ। ਤਾਂ ਅਸਲ ਵਿੱਚ ਖਤਰਾ ਸਿਆਸਤ ਤੋਂ, ਕਿਉਂਕਿ ਹਿੰਦੂ ਭਾਈਚਾਰੇ ਦੇ ਵਿੱਚ ਪੂਰਾ ਭਾਈਚਾਰਾ ਨਹੀਂ ਟਾਰਗੇਟ ਕੀਤਾ ਜਾ ਸਕਦਾ। ਜਿਵੇਂ ਜੇ ਕੋਈ ਅੱਤਵਾਦੀ ਜਦੋਂ ਪੈਦਾ ਹੁੰਦਾ ਤਾਂ ਉਹ ਕਹਿ ਦਿੱਤਾ ਜਾਂਦਾ ਕਿ ਜਨਮ ਤੋਂ ਅੱਤਵਾਦੀ ਨਹੀਂ ਹੈਗਾ, ਬਾਅਦ ਦੇ ਵਿੱਚ ਆ ਕੇ ਹਾਲਾਤਾਂ ਨੇ ਬਣਾਇਆ। ਇੱਕ ਕੌਮ ਨੂੰ ਟਾਰਗੇਟ ਨਾ ਕੀਤਾ ਜਾਵੇ, ਨਾ ਮੁਸਲਮਾਨਾਂ ਨੂੰ ਕਿਹਾ ਜਾਵੇ। ਪੂਰੇ ਹਿੰਦੂ ਭਾਈਚਾਰੇ ਦੇ ਵਿੱਚ ਬਹੁਤੇ ਲੋਕ ਇਹੋ ਜਿਹੇ ਵੀ ਨੇ ਜਿਹੜੇ ਇਸ ਗੱਲ ਨੂੰ ਮੰਨਦੇ ਨੇ ਕਿ ਜੋ ਕੁਝ ਹੋ ਰਿਹਾ ਧੱਕਾ ਹੋ ਰਿਹਾ, ਨਜਾਇਜ਼ ਹੋ ਰਿਹਾ, ਭਾਵੇਂ ਉਹ 84 ਵਿੱਚ ਹੋਇਆ, ਭਾਵੇਂ ਹੁਣ ਹੋ ਰਿਹਾ, ਭਾਵੇਂ ਵਿੱਚ ਵਿਚਾਲੇ ਜਦੋਂ ਵੀ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਦੌਰ ਜਿਹੜਾ ਕਿਹਾ ਗਿਆ ਉਦੋਂ ਹੋਇਆ। ਉਹ ਤਾਂ ਮੰਨਦੇ ਨੇ ਨਾ ਕਈ ਇਹੋ ਜਿਹੇ ਕਿ ਜੋ ਕੁਝ ਹੋ ਰਿਹਾ ਗਲਤ ਹੋ ਰਿਹਾ। ਜੇ ਉਹ ਮੰਨਦੇ ਨੇ ਤਾਂ ਉਹੀ ਤਾਂ ਮੈਂ ਕਹਿ ਰਿਹਾ, ਸਾਡੀ ਕਿੱਥੋਂ ਕਮੀ? ਅਸੀਂ ਜਦੋਂ ਸਾਡੀ ਸਰਕਾਰ ਆ ਗਈ, ਅਕਾਲੀਆਂ ਦੀ ਸਿੱਖਾਂ ਦੀ ਸਰਕਾਰ ਆ ਗਈ, ਅਸੀਂ ਤਾਂ ਉਹ ਸਾਰੇ ਕੰਮ ਕੀਤੇ। ਅਸੀਂ ਤਾਂ ਉਹ ਸਾਰੇ ਕੰਮ ਕੀਤੇ ਜੋ ਗਵਰਨਰ ਰਾਜ ਤੇ ਹਿੰਦੂ ਸਰਕਾਰ ਨੇ ਜੋ ਕੀਤੇ। ਅਸੀਂ ਮੁੰਡੇ ਮਾਰੇ ਵੀ, ਅਸੀਂ ਮੁੰਡੇ ਮਰਵਾਏ ਵੀ, ਅਸੀਂ ਬੇਅਦਬੀਆਂ ਵੀ ਕੀਤੀਆਂ, ਅਸੀਂ ਗੁਰੂ ਗ੍ਰੰਥ ਸਾਹਿਬ ਵੀ ਰੋਲੇ,
ਤੁਸੀਂ ਪ੍ਰਚਾਰ ਤਾਂ ਸਿੱਖੀ ਦਾ ਕੀ ਕਰਨਾ, ਤੁਸੀਂ ਤਾਂ ਖੁਦ ਹੀ ਸਿੱਖੀ ਨੂੰ ਡਾਊਨ ਕਰਨਾ, ਤੇ ਉਹ ਹਿੰਦੂ ਤਾਂ ਸੱਚੇ ਪਿੱਟਦੇ ਫਿਰ। ਜਦੋਂ ਅਸੀਂ ਦੱਸ ਹੀ ਨਹੀਂ ਸਕੇ, ਜਦੋਂ ਅਸੀਂ ਇਹ ਹੀ ਨਹੀਂ ਦੱਸ ਸਕੇ ਬਈ ਇਹਦਾ ਮਤਲਬ ਤੁਹਾਡਾ ਜਿਹੜਾ ਸਿੱਖੀ ਹੈ ਕੀ ਹੈ, ਸਿੱਖੀ ਹੈ ਕਿਹਦੇ ਵਾਸਤੇ? ਸਿੱਖੀ ਤਾਂ ਗਰੀਬਾਂ ਵਾਸਤੇ, ਮਜ਼ਲੂਮਾਂ ਵਾਸਤੇ ਹੈ। ਇਹ ਤਾਂ ਜਾਂਦੇ ਜਾਂਦੇ ਲੜਾਈ ਕਿਸੇ ਦੀ ਹੁੰਦੀ ਹੈ, ਤੇ ਜਦੋਂ ਇਹ ਦੇਖਦੇ ਨੇ ਜ਼ੁਲਮ ਕਰ ਰਿਹਾ, ਤੇ ਉਸ ਵੇਲੇ ਗੱਲ ਪੈ ਜਾਂਦੇ ਜਾ ਕੇ, ਨਾ ਕੋਈ ਲੈਣਾ ਨਾ ਦੇਣਾ। ਤੋ ਐਸੀ ਕੌਮ ਤਾਂ ਤੁਹਾਨੂੰ ਹਿੰਦੁਸਤਾਨੀਓ ਲੱਭ ਹੀ ਨਹੀਂ ਸਕਦੀ। ਇਹ ਤਾਂ ਹੀਰੇ ਜੇ ਹੀਰੇ, ਇਹਨਾਂ ਨੂੰ ਸੰਭਾਲ ਕੇ ਰੱਖੋ। ਇਹ ਹੀਰਿਆਂ ਨੂੰ ਜਿੱਥੇ ਮਰਜ਼ੀ ਚੜਾ ਦਿਓ, ਪਾਕਿਸਤਾਨ ਤੇ ਚੜਾ ਦਿਓ, ਚੀਨ ਤੇ ਚੜਾ ਦਿਓ, ਜਿੱਧਰ ਮਰਜ਼ੀ ਚੜਾ ਦਿਓ। ਔਰ ਇਹ ਨਾ ਡਰਨ ਤੇ ਨਾ ਇਹ ਮਰਨ ਤੋਂ ਡਰਨ, ਤੇ ਨਾ ਕਦੀ ਹਾਰ ਕੇ ਆਏ ਜੇ ਅੱਜ ਤੱਕ। ਜਿੱਥੇ ਜਾਣਗੇ ਜਾਂ ਸੀਸ ਦੇਣਗੇ ਜਾਂ ਫਤਿਹ ਕਰਕੇ ਆਉਣਗੇ। ਉਹ ਹੀਰਿਆਂ ਨੂੰ ਤੁਸੀਂ ਪਤਾ ਹੀ ਨਹੀਂ, ਖਾਲਿਸਤਾਨੀ ਤੇ ਨਿਸ਼ਾਨ ਸਾਹਿਬ, ਹਰ ਹਿੰਦੂ ਨੂੰ ਆਪਦੇ ਘਰ ਨਿਸ਼ਾਨ ਸਾਹਿਬ ਲਗਾਉਣਾ ਚਾਹੀਦਾ। ਤੇ ਫਿਰ ਹਿੰਦੁਸਤਾਨ ਦੀ ਤਾਕਤ ਦੇਖਿਆ ਜੀ ਕਿੰਨੀ ਹੁੰਦੀ ਹੈ। ਬਿਲਕੁਲ, ਕੌਮ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਦੂਜੀ ਗੱਲ ਮੈਂ ਇੱਕ ਹੋਰ ਦੱਸਾਂ, ਅਖੀਰ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਨੇ ਕੁਝ ਫੋਟੋਆਂ ਟਵੀਟ ਕੀਤੀਆਂ, ਜਿਸ ਦੇ ਵਿੱਚ ਸਿੱਖਾਂ ਦੇ ਉੱਤੇ ਜਿਹੜੇ ਉੱਥੇ ਨੌਜਵਾਨ ਸੀਗੇ, ਸਿੱਖ ਨੌਜਵਾਨ, ਉਹਨਾਂ ਨਾਲ ਪੁਲਿਸ, ਦਿੱਲੀ ਪੁਲਿਸ ਧੱਕਾ ਕਰ ਰਹੀ ਹੈ, ਕਿਸ ਤਰੀਕੇ ਨਾਲ ਉਹਨਾਂ ਨੂੰ ਮਾਰਿਆ ਕੁਚਲਿਆ ਜਾ ਰਿਹਾ। ਪਰ ਉਹਦੇ ਨਾਲੋਂ ਨਾਲ ਇੱਕ ਤਸਵੀਰ ਉਹ ਵੀ ਜਾਰੀ ਹੋਈ, ਜਿਹੜੀ ਸਨ 84 ਦੇ ਵਿੱਚ ਅਸੀਂ ਤਸਵੀਰਾਂ ਦਿੱਲੀ ਦੀਆਂ ਦੇਖੀਆਂ, ਉਹਨਾਂ ਟਾਈਮਾਂ ਦੇ ਵਿੱਚ ਕਿਵੇਂ ਸਿੱਖਾਂ 'ਤੇ ਤਸ਼ੱਦਦ ਹੋਇਆ। ਲੋਕ ਦੂਜੇ ਪਾਸੇ ਰਾਹੁਲ ਗਾਂਧੀ ਨੂੰ ਕਹਿ ਰਹੇ ਨੇ ਕਿ ਤੁਸੀਂ ਇਹਦਾ ਜਵਾਬ ਦਿਓ। ਮਤਲਬ ਕਿ ਸਿਆਸਤ ਨੰਗੀ ਹੈ ਸਾਫ਼, ਕਿ ਕਾਂਗਰਸ ਨੇ ਕੀ ਕੀਤਾ, ਭਾਜਪਾ ਨੇ ਕੀ ਕੀਤਾ, ਹੁਣ ਅੱਗੋਂ ਕੀ ਹੋਣਾ। ਗੱਲ ਤਾਂ ਉਹੀ ਹੈ ਵੀ ਸਿੱਖ ਉੱਥੇ ਦੇ ਉੱਥੇ ਮੁਕਾਬਲਾ ਕਰ ਰਹੇ ਨੇ ਕਿ ਤੁਸੀਂ ਆਹ ਕੀਤਾ, ਉਹ ਕਹਿੰਦੇ ਤੁਸੀਂ ਇਸ ਤੋਂ ਜ਼ਿਆਦਾ ਕੀਤਾ। ਉਹ ਆਪਸ ਵਿੱਚ ਮੁਕਾਬਲਾ ਕਰ ਰਹੇ ਨੇ, ਤੇ ਅਸੀਂ ਸਾਇਲੈਂਟ ਉਹ ਹੈਗੇ ਆ, ਵਾਚਰ ਹਾਂ, ਬਸ ਅਸੀਂ ਦੇਖ ਰਹੇ ਹਾਂ। ਅਸੀਂ ਕੁਝ ਵੀ ਕਰਨ ਜੋਗੇ ਨਹੀਂ ਹੈਗੇ। ਹੁਣ ਰਾਹੁਲ ਗਾਂਧੀ ਦਿਖਾ ਰਿਹਾ, ਫਿਰ ਬੀਜੇਪੀ ਵਾਲੇ ਦਿਖਾ ਰਹੇ ਨੇ, ਤੇ ਹੁਣ ਤੁਸੀਂ ਕੀ ਕਰ ਰਹੇ ਜੇ? ਤੁਸੀਂ ਸਾਡੇ ਮੁੰਡੇ ਫੜ ਕੇ 300-400 ਅੰਦਰ ਕਰਤੇ, ਤੇ ਤੁਸੀਂ ਦੱਸਦੇ ਹੀ ਨਹੀਂ। ਬਿਲਕੁਲ ਬਈ ਕੀ ਉਹਨਾਂ ਦੇ ਨਾਂ ਨੇ, ਕਿਹੜੇ ਉਹਨਾਂ ਦੇ ਪਿੰਡ ਨੇ, ਕਿੱਥੇ ਉਹ ਫੜੇ ਜੇ, ਕਾਹਦੇ 'ਚ ਫੜੇ ਜੇ? ਤੁਸੀਂ ਭਾਈ ਸਾਹਿਬ 1971 ਦੇ ਵਿੱਚ 91,000 ਪਾਕਿਸਤਾਨੀ ਫੌਜੀ ਬਣਿਆ। 91,000 ਦੀਆਂ ਤੁਸੀਂ ਲਿਸਟਾਂ ਬਣਾ ਕੇ ਉਹਨਾਂ ਨੂੰ ਦੇਤੀਆਂ, ਤੇ ਹਰ ਘਰ 'ਚ ਮੈਸੇਜ ਪਹੁੰਚਾਤਾ ਵੀ ਤੁਹਾਡੇ ਬੰਦੇ ਸਾਡੇ ਕੋਲ ਨੇ। ਦੁਸ਼ਮਣ ਨੂੰ ਤੇ ਤੁਸੀਂ ਸਿੱਖਾਂ ਨੂੰ ਐਂ ਟੌਰਚਰ ਕਰ ਰਹੇ ਜੇ ਕਿ ਤੁਸੀਂ ਸਾਡੇ 300 ਮੁੰਡੇ ਨਹੀਂ ਦੱਸਦੇ। ਤੇ ਕਿਸਾਨ ਯੂਨੀਅਨ ਚੁੱਪ ਕਰਕੇ ਬੈਠੀਆਂ ਨੇ, ਸਾਨੂੰ ਆਹ ਟੈਲੀਫੋਨ ਨੰਬਰ ਲੈ ਲਓ, ਇਹ ਸਾਨੂੰ ਦੱਸੋ ਜਿਹੜਾ ਬੱਚਾ ਤੁਹਾਡਾ ਘਰ ਨਹੀਂ ਆਇਆ, ਤੁਸੀਂ ਇੱਕ ਕਾਲ ਦਿਓ 8 ਫਰਵਰੀ ਦੀ, ਜੋ ਵੀ ਤੁਸੀਂ ਦੇਣੀ ਹੈ। ਅਸੀਂ ਤੁਹਾਡਾ ਖੋਣਾ ਨਹੀਂ ਚਾਹੁੰਦੇ, ਨਿਰਤੇ ਹੋਏ ਤੁਹਾਡਾ ਕੰਮ ਹੈ। ਹਿੰਦੁਸਤਾਨ ਬੰਦ ਕਰੋ, ਕਿ ਸਾਡੇ ਬੱਚਿਆਂ ਦੀਆਂ ਸਾਨੂੰ ਲਿਸਟਾਂ ਦਿਓ, ਉਹਨਾਂ ਦੇ ਜੋ ਜ਼ੁਲਮ ਜਿਹੜਾ ਉਹਨਾਂ ਦੇ ਧਾਰਾਂ ਲਈ ਉਹ ਦਿਓ, ਜਿਹੜੀ ਜੇਲ੍ਹ 'ਚ ਨੇ ਉਹ ਦੱਸੋ, ਅਸੀਂ ਘੱਟੋ ਘੱਟ ਉਹਨਾਂ ਦੀਆਂ ਬੇਲਾਂ ਦਾ ਕਰਾ ਲਈਏ। ਚੁੱਪ ਕਰਕੇ ਬੈਠੇ ਉੱਥੇ ਭਾਸ਼ਣ ਲੱਗੇ ਨੇ ਕਿਸਾਨ ਯੂਨੀਅਨ ਵਾਲੇ ਲੀਡਰ ਵੀ। ਜਿਹੜਾ ਮੈਂ ਇਹਨਾਂ ਨੂੰ ਵੀ ਨਸੀਹਤ ਦੇਣਾ ਕਿ ਤੁਸੀਂ ਭਾਈ ਸਾਹਿਬ ਹਿੰਦੁਸਤਾਨ ਬੰਦ ਦੀ ਕਾਲ ਦਿਓ। ਲੋਕ ਤਾਂ ਇਹ ਵੀ ਕਹਿੰਦੇ ਨੇ ਨਾ ਕਿ ਜੇ ਸਾਰੀ ਦੁਨੀਆ ਤੁਹਾਡੇ ਨਾਲ ਹੈ, ਸਾਰੀ ਦੁਨੀਆ ਆਪੇ ਹਿੰਦੁਸਤਾਨ ਬੰਦ ਕਰੂਗੀ, ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਪੈਣੀ, ਤੁਸੀਂ ਸਿਰਫ ਕਾਲ ਹੀ ਦੇਣੀ ਹੈ। ਬਿਲਕੁਲ ਕੈਪਟਨ ਸਾਹਿਬ, ਲੋਕ ਤਾਂ ਇਹ ਵੀ ਗੱਲ ਕਹਿੰਦੇ ਨੇ ਕਿ ਜੇ ਕੋਈ ਕਿਸਾਨ ਆਗੂ ਗ੍ਰਿਫਤਾਰ ਕੀਤਾ ਹੁੰਦਾ ਤੇ ਹੁਣ ਨੂੰ ਤਰਥੱਲੀ ਮਚਾ ਦੇਣੀ ਸੀ। ਨੌਜਵਾਨ ਗ੍ਰਿਫਤਾਰ ਕੀਤੇ ਨੇ, ਉਹਦੇ ਬਾਰੇ ਕੋਈ ਮਤਲਬ ਕਿ ਵੱਡੇ ਪੱਧਰ ਦੇ ਉੱਤੇ ਕੋਈ ਗੱਲ ਨਹੀਂ ਕੀਤੀ, ਜਿਹੜੀ ਕਰਨੀ ਚਾਹੀਦੀ ਹੈ, ਜਿਹਦੇ ਨਾਲ ਸਰਕਾਰ ਵੀ ਹਿੱਲੇ ਕਿ ਤੁਸੀਂ ਸਾਡੇ ਨੌਜਵਾਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ। ਉਹਨਾਂ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਉਹਨਾਂ ਨੂੰ ਰਾਹ ਨਹੀਂ ਸੀ ਪਤਾ ਕਿ ਲਾਲ ਕਿਲ੍ਹੇ ਨੂੰ ਸੱਚੀ ਇਹ ਰਾਹ ਜਾਂਦਾ। ਉਹ ਜਾਣਬੁੱਝ ਕੇ ਉਹਨਾਂ ਨੂੰ ਉਸ ਪਾਸੇ ਨੂੰ ਲਿਜਾਇਆ ਗਿਆ ਇੱਕ ਸਾਜ਼ਿਸ਼ ਦੇ ਤਹਿਤ, ਮਿਸਗਾਈਡ ਕਰਕੇ ਤੁਸੀਂ ਉਹਨਾਂ ਨੂੰ ਉੱਥੇ ਲੈ ਗਏ। ਅੱਛਾ, ਹੋ ਸਕਦਾ ਉਹਨਾਂ 'ਚ ਉਹਦੇ ਤਾਂ ਵੈਸੇ ਹੀ ਲਾਲ ਕਿਲ੍ਹਾ ਦੇਖ ਰਹੇ ਹੋਣਗੇ। ਬਿਲਕੁਲ ਉਹਨਾਂ ਦਾ ਕੀ ਸੰਬੰਧ ਹੈ? ਉਹ ਜਿਹੜਾ ਨਿਸ਼ਾਨ ਸਾਹਿਬ ਚੜਾਇਆ ਉਹਦੇ ਨਾਲ ਤਾਂ ਸਿਰਫ ਦੀਪ ਸਿੱਧੂ ਅਤੇ ਉਹਦੀ ਪਾਰਟੀ ਦਾ ਹੀ ਸੰਬੰਧ ਹੈ ਨਾ। ਬਾਕੀ ਜਿਹੜੀ ਆਮ ਲੋਕੀ ਗਏ ਉਹ ਤਾਂ ਲਾਲ ਕਿਲ੍ਹਾ ਹੀ ਵਿਚਾਰੇ ਦੇਖਣ ਗਏ, ਕਿ ਦਿੱਲੀ 'ਚ ਜ਼ਿੰਦਗੀ 'ਚ ਗਏ ਨਹੀਂ ਕਦੀ। ਲਾਲ ਕਿਲ੍ਹਾ ਆਏ ਤਾਂ ਲਾਲ ਕਿਲ੍ਹਾ ਦੇਖ ਲਓ। ਉਹ ਜਿਹੜੇ ਤਾਂ ਬਾਹਰ ਸੀ ਉਹ ਤਾਂ ਭੱਜ ਗਏ, ਜਿਹੜੇ ਅੰਦਰ ਲਾਲ ਕਿਲ੍ਹਾ ਦੇਖਦੇ ਫਿਰਦੇ ਸੀ ਉਹਨਾਂ ਨੂੰ ਫੜ ਕੇ ਲੈ ਗਏ। ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਇਹ ਬੁੱਧੀ ਭ੍ਰਿਸ਼ਟ ਹੋ ਗਈ ਹੈ ਸਰਕਾਰ ਦੀ, ਤੇ ਜਾਂ ਇਹਨਾਂ ਦੇ ਮਨ 'ਚ ਕੋਈ ਹੋਰ ਮਨਸ਼ਾ ਹੈ। ਉਹੀ 84 ਵਾਲਾ ਕੰਮ ਦੁਬਾਰਾ ਆ ਰਿਹਾ ਕਿ ਸਿੱਖ ਮਿਨੋਰਟੀ 'ਚ ਹੈਗੇ ਤੇ ਸਿੱਖਾਂ ਨੂੰ ਕੁੱਟ ਕੇ, ਮੁਸਲਮਾਨਾਂ ਨੂੰ ਤਾਂ ਕੁੱਟ ਕੇ, ਬੜੇ 70-80 ਮੁਲਕ ਜਿਹੜੇ ਨੇ ਉਹ ਗੱਲ ਪੈਂਦੇ ਆ, ਤੇ ਇਹ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ। ਇਹਨਾਂ ਨੂੰ ਕੁੱਟ ਕੇ ਫਿਰ ਦੁਬਾਰਾ ਉਹ ਕਿਤੇ ਪਾਵਰ 'ਚ ਆਉਣਾ ਚਾਹੁੰਦੇ ਆ। ਕੋਈ ਤਾਂ ਕੋਈ ਆਈਡੀਆ ਉਹਨਾਂ ਦਾ ਪਿੱਛੇ ਹੈ ਇਹਦੇ 'ਚ, ਜਿਹੜਾ ਸਾਨੂੰ ਹੀ ਟਾਰਗੇਟ ਕਰ ਰਹੇ। 84 ਤੋਂ ਲੈ ਕੇ ਅੱਜ ਤੱਕ ਸਿਰਫ ਸਿੱਖਾਂ ਨੂੰ ਹੀ ਟਾਰਗੇਟ ਕਰਦੇ ਆ, ਹੋਰ ਕਿਸੇ ਨੂੰ ਇਹ ਟਾਰਗੇਟ ਨਹੀਂ ਕਰਦੇ। ਤੇ ਉਹਦੇ ਕਰਕੇ ਹਿੰਦੂ ਸਿੱਖ ਕਰਕੇ ਹੀ ਆਪਦੀਆਂ ਇਲੈਕਸ਼ਨਾਂ ਜਿੱਤ ਜਾਂਦੇ ਆ। ਤੋ ਇਸ ਕਰਕੇ ਅਸੀਂ ਸਿੱਖਾਂ ਨੂੰ ਵੀ ਤਗੜੇ ਹੋਣਾ ਚਾਹੀਦਾ, ਇੱਕ ਪਲੇਟਫਾਰਮ 'ਤੇ ਆਉਣਾ ਚਾਹੀਦਾ। ਇਹ ਐਵੇਂ ਹੀ 100 ਕੁ ਜਗ੍ਹਾ 'ਤੇ ਵੰਡੇ ਹੋਏ ਨੇ, ਇੱਕ ਦੂਜੇ ਨੂੰ ਗਾਲਾਂ ਕੱਢਦੇ ਆ। ਠੀਕ ਹੈ, ਪੋਲੀਟੀਕਲ ਲੀਡਰਸ਼ਿਪ ਜਿਹੜੀ ਹੈ ਉਹਦੇ ਚੇਂਜ ਹੋਏਗੀ, ਔਰ ਚੇਂਜ ਹੋਣੀ ਵੀ ਚਾਹੀਦੀ, ਔਰ ਚੇਂਜ ਲਿਆਵਾਂਗੇ ਵੀ।
ਲੇਕਿਨ ਬਾਕੀ ਤਾਂ ਸਾਰੇ ਇਕੱਠੇ ਹੋ ਜਾਓ ਤਾਂ ਹੀ ਆਪਾਂ ਬਚਾਂਗੇ। ਆਪਾਂ ਨੂੰ ਵੀ ਹੁਣ ਕੋਈ ਸਟ੍ਰੈਟਜੀ ਬਣਾਉਣੀ ਪਏਗੀ ਨਾ ਕਿ ਜਦੋਂ ਸਾਡੇ ਨਿਸ਼ਾਨ ਸਾਹਿਬ ਦੇ ਉੱਤੇ ਹਿੰਦੁਸਤਾਨ 'ਚ ਇੰਨਾ ਰੌਲਾ ਪਾ ਕੇ ਸਾਨੂੰ ਇੱਕ ਖਾਲਿਸਤਾਨੀ ਕਰਾਰ ਦੇ ਦਿੱਤਾ ਜਾਂਦਾ, ਫਿਰ ਵਾਟ ਸ਼ੁੱਡ ਵੀ ਡੂ, ਵਾਟ ਸ਼ੁੱਡ ਦਾ ਸਿੱਖਸ ਡੂ। ਸਿੱਖਾਂ ਨੂੰ ਵੀ ਬੈਠ ਕੇ ਥਿੰਕ ਟੈਂਕ ਨੂੰ ਬੈਠਣਾ ਪਏਗਾ, ਸੋਚਣਾ ਪਏਗਾ, ਕੋਈ ਨਾ ਕੋਈ ਜਿਹੜਾ ਇਹਦਾ ਰਸਤਾ ਲੱਭਣਾ ਪਏਗਾ। ਜੀ ਸ਼ੁਕਰੀਆ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸ਼ੇਰੇ ਪੰਜਾਬ ਵਿਕਾਸ ਪਾਰਟੀ ਦੇ ਪ੍ਰਧਾਨ ਕੈਪਟਨ ਚੰਨਨ ਸਿੰਘ ਸਿੱਧੂ। ਜਿਸ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਸਿਆਸਤ ਖੇਡੀ ਜਾ ਰਹੀ ਹੈ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ, ਕਦੇ ਹਿੰਦੂਆਂ ਨੂੰ ਖਤਰਾ, ਕਦੇ ਸਿੱਖਾਂ ਨੂੰ ਖਤਰਾ, ਘੱਟ ਗਿਣਤੀਆਂ ਨੂੰ ਖਤਰਾ, ਇਸ ਸਭ ਦੇ ਵਿਚਾਲੇ ਗੱਲ ਜਿਵੇਂ ਕੈਪਟਨ ਸਾਹਿਬ ਨੇ ਕਹੀ ਹੈ ਕਿ ਮੰਥਨ ਕਰਨ ਦੀ ਲੋੜ ਹੈ ਕਿ ਸਿੱਖ ਕਿੱਥੇ ਸੇਫ ਰਹਿ ਸਕਦੇ ਨੇ, ਕਿਵੇਂ ਸੇਫ ਰਹਿ ਸਕਦੇ ਨੇ, ਕਿਹੜੀਆਂ ਧਿਰਾਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਪੰਜਾਬ ਦੇ ਵਿੱਚ ਜਾਂ ਦੇਸ਼ ਦੁਨੀਆ ਭਰ ਦੇ ਵਿੱਚ ਫੈਸਲੇ ਲੈ ਸਕਦੀਆਂ ਨੇ ਕਿ ਕਿਵੇਂ ਜਿਹੜਾ ਇਸ ਕਮਿਊਨਿਟੀ ਨੂੰ ਲੋਕਾਂ ਦੇ ਸਾਹਮਣੇ ਉਹ ਰੂਪ ਦਿਖਾਇਆ ਜਾਵੇ ਜਿਹੜਾ ਅਸਲ ਦੇ ਵਿੱਚ ਹੈ, ਜਿਹੜਾ ਇਤਿਹਾਸ ਦੇ ਵਿੱਚ ਹੈ ਕਿ ਸਿੱਖ ਕੀ ਸੀ ਜਿਨ੍ਹਾਂ ਨੂੰ ਲਗਾਤਾਰ ਨਿਸ਼ਾਨੇ ਤੇ ਲਿਆ ਜਾਂਦਾ। ਕਿਸਾਨ ਅੰਦੋਲਨ ਦੇ ਵਿਚਾਲੇ ਵੀ ਮਸਲਾ ਕਿਸਾਨਾਂ ਦਾ, ਪਰ ਉਸ ਦੇ ਵਿਚਾਲੇ ਖਾਲਿਸਤਾਨੀ, ਅੱਤਵਾਦੀ, ਵੱਖਵਾਦੀ ਇਹੋ ਜਿਹੇ ਟੈਗ ਦਿੱਤੇ ਗਏ, ਕਿਉਂ ਦਿੱਤੇ ਗਏ ਸਰਕਾਰਾਂ ਦੇ ਵੱਲੋਂ, ਉਸ ਸਭ ਦੇ ਉੱਤੇ ਸਵਾਲ ਬਹੁਤ ਉੱਠਦੇ ਨੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।